ਸੋ ਜਿੰਨਾ ਚਿਰ ਦੁਵਿਧਾ ਦੇ ਵਿੱਚ ਹੈ ਜੀਵ, ਉਨਾ ਚਿਰ ਜਿਹੜਾ ਜੀਵਨ ਹੈ ਉਹ ਸਫਲ ਨਹੀਂ ਗਿਣਿਆ ਜਾਂਦਾ। ਸੋ ਪਾਤਸ਼ਾਹ ਕਹਿੰਦੇ ਸਤਿਗੁਰ ਏਕ ਵਿਖਾਲਿਆ, ਕਹਿੰਦੇ ਸੱਚ ਦੀ ਜਦੋਂ ਮੈਨੂੰ ਸੋਝੀ ਆਈ, ਗੁਰਮਤਿ ਦੀ ਸੋਝੀ ਆਈ, ਮੈਨੂੰ ਏਕ ਵਿਖਾਲਿਆ, ਮੈਨੂੰ ਪਤਾ ਲੱਗਾ ਵੀ ਇੱਕ ਕੀ ਹੁੰਦਾ। ਮਨ ਤਨ ਸੁਖ ਹੋਈ, ਕਹਿੰਦੇ ਆਤਮਾ ਤੇ ਪ੍ਰਾਤਮਾ ਦੇ ਅੰਦਰ ਸੁਖ ਹੋਈ, ਭਾਵ ਕੇ ਆਪਣੇ ਆਪੇ ਦੀ ਸੋਝੀ ਆ ਗਈ। ਗੁਰਮੁਖ ਸਦਾ ਸਲਾਹੀ ਹੈ, ਕਰਤਾ ਕਰੇ ਸੋ ਹੋਈ। ਫਿਰ ਸੁਰਤ ਹੈ ਜਿਹੜੀ ਉਹ ਗੁਰਮੁਖੀ ਹੋ ਜਾਂਦੀ ਹੈ, ਗਿਆਨਵਾਨ ਹੋ ਜਾਂਦੀ ਹੈ। ਸਦਾ ਸਲਾਹੀ ਹੈ, ਫਿਰ ਉਹ ਸਦਾ ਹੀ ਹੁਕਮ ਦੀ ਸਲਾਹਤਾ ਕਰਦੀ ਹੈ, ਹੁਕਮ ਦੇ ਵਿੱਚ ਰਹਿਣਾ ਚਾਹੁੰਦੀ ਹੈ। ਜੋ ਹੁਕਮ ਕਰਵਾ ਰਿਹਾ ਫਿਰ ਉਸੇ ਤਰ੍ਹਾਂ ਕਰਦੀ ਹੈ। ਕਰਤਾ ਕਰੇ ਸੋ ਹੋਈ, ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਜੋ ਖੇਡ ਵਰਤਦੀ ਹੈ ਤਾਂ ਸਾਰੀ ਹੁਕਮ ਦੀ ਵਰਤਦੀ ਹੈ, ਮੇਰੇ ਤਾਂ ਹੱਥ 'ਚ ਹੀ ਕੁਛ ਨਹੀਂ ਹੈ। ਪਰ ਜਿੰਨਾ ਚਿਰ ਇਹ ਜੀਵ ਸਮਝਦਾ ਵੀ ਮੈਂ ਵੀ ਕੁਛ ਕਰ ਸਕਦਾ, ਤੇ ਉਨਾ ਚਿਰ ਪਾਤਸ਼ਾਹ ਕਹਿੰਦੇ ਜੇ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਦਾ। ਕਹਿੰਦੇ ਜਿੰਨਾ ਚਿਰ ਤੂੰ ਮੰਨੇਗਾ ਵੀ ਮੇਰੇ ਕੋਲ ਵੀ ਕੋਈ ਪਾਵਰ ਹੈ, ਮੈਂ ਕੁਛ ਕਰ ਸਕਦਾ ਹਾਂ, ਕਹਿੰਦੇ ਉਨਾ ਚਿਰ ਫਿਰ ਗਰਭ ਜੋਨੀ 'ਚ ਹੀ ਹੈ, ਗਰਭ ਤੋਂ ਬਾਹਰ ਨਹੀਂ ਜਾ ਸਕਦਾ। ਇਸੇ ਕਰਕੇ ਹੇ ਮੇਰੇ ਮਨਾ, ਤੂੰ ਮੰਨਦਾ ਕਿ ਮੇਰੇ ਕੋਲ ਕੁਛ ਹੈ, ਮੈਂ ਕੁਛ ਕਰ ਸਕਦਾ, ਤਾਂ ਹੀ ਤਾਂ ਤੂੰ ਕਹਿਣਾ। ਅਸੀਂ ਤਾਂ ਇੱਥੋਂ ਤੱਕ ਵੀ ਇਹ ਗੱਲ ਕਹਿ ਦਿੰਦੇ ਹਾਂ ਕਿ ਜਿਹੜੇ ਭਗਤ ਨੇ ਜਾਂ ਸੰਤ ਨੇ, ਉਹਨਾਂ ਨੇ ਰੱਬ ਨੂੰ ਵੀ ਵਸ 'ਚ ਕੀਤਾ ਹੈ। ਕਿੱਡੀ ਵੱਡੀ ਗੱਲ ਕਹਿ ਦਿੰਦੇ ਅਸੀਂ। ਪਰ ਜਦ ਕਿ ਗੁਰਬਾਣੀ ਦੇ ਵਿੱਚ ਇਹ ਗੱਲ ਲਿਖੀ ਆਉਂਦੀ ਹੈ ਕਿ ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾ, ਕਿ ਅਸੀਂ ਤਾਂ ਤੇਰੇ ਅੱਗੇ ਦਾਸ ਹਾਂ, ਤੇਰੇ ਸੇਵਕ ਹਾਂ। ਪਰਮੇਸ਼ਰ ਨੂੰ ਕਿਵੇਂ ਕੋਈ ਵਸ 'ਚ ਕਰ ਲੂਗਾ? ਵਸ ਤਾਂ ਉਹ ਚੀਜ਼ ਹੁੰਦੀ ਹੈ ਜਿਹੜੀ ਦਿਸਦੀ ਹੋਵੇ, ਪਰਮੇਸ਼ਰ ਕਿਹੜਾ ਦਿਸਦਾ ਹੈ? ਕੁਛ ਬਚਨ ਹਨ ਗੁਰਬਾਣੀ ਦੇ ਵਿੱਚ ਜਿਨ੍ਹਾਂ ਦਾ ਅਰਥ ਗਲਤ ਕਰਕੇ, ਵਿਖਿਆਨ ਗਲਤ ਕੀਤਾ ਗਿਆ। ਜਿਵੇਂ ਬਚਨ ਆਉਂਦਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਉੱਥੋਂ ਇਹ ਗੱਲ ਬਣਾ ਲਈ ਵੀ ਤੂੰ ਭਗਤਾਂ ਕੇ ਵਸ, ਪਰ ਜਿਹੜਾ ਉੱਪਰਲਾ ਸ਼ਬਦ ਦਾ ਸਾਰਾ ਹਿੱਸਾ ਉਹ ਛੱਡਤਾ। ਉੱਪਰ ਪਹਿਲਾ ਹੀ ਵਚਨ ਉਹਨਾਂ ਦਾ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ। ਫਿਰ ਇਹ ਕਿਹਨੂੰ ਕਿਹਾ? ਜੇ ਇਸ ਪੰਕਤੀ ਦਾ ਅਰਥ ਤੁਸੀਂ ਕਰਦੇ ਹੋ ਕਿ ਭਗਤਾਂ ਨੇ ਰੱਬ ਨੂੰ ਵਸ ਕੀਤਾ ਜਾਂ ਵਾ ਸੰਤਾਂ ਨੇ ਰੱਬ ਨੂੰ ਵਸ ਕੀਤਾ, ਫਿਰ ਉੱਪਰਲੀ ਪੰਕਤੀ ਕਿਹਦੇ ਹਰ ਲਈ ਵਰਤਾਓਗੇ ਕਿ ਨਾ ਤੂੰ ਆਵੇਂ ਬਸ ਵੇਦ ਪੜ੍ਹਾਵਣੇ? ਕਿ ਪਰਮੇਸ਼ਰ ਨੂੰ ਵੇਦ ਪੜ੍ਹਾਉਣੇ? ਪਰਮੇਸ਼ਰ ਨੇ ਤਾਂ ਵੇਦ ਦਿੱਤਾ ਹੈ। ਉਹ ਗੱਲ ਮਨ ਦੀ ਕੀਤੀ ਗਈ ਹੈ ਕਿ ਮਨ ਨੂੰ ਭਾਵੇਂ ਤੁਸੀਂ ਜਿੰਨਾ ਮਰਜ਼ੀ ਗਿਆਨ ਦੇਈ ਚੱਲੋ, ਮਨ ਗਿਆਨ ਨਾਲ ਨਹੀਂ ਵਸ ਚਾਹੁੰਦਾ, ਪਰ ਮਨ ਵਸ ਚਾਹੁੰਦਾ ਸੁਗਿਆਨ ਦੇ ਨਾਲ, ਕਿ ਮਨ ਨੂੰ ਮਨ ਦਾ ਹੀ ਗਿਆਨ ਕਰਾਇਆ ਜਾਵੇ, ਫਿਰ ਮਨ ਵਸ ਚ ਆ ਜਾਂਦਾ, ਫਿਰ ਮਨ ਰੁਕ ਜਾਂਦਾ। ਸੰਸਾਰੀ ਤੌਰ ਤੇ ਦੇਖੋ, ਤੁਸੀਂ ਕਿਸੇ ਬੰਦੇ ਦੀ ਵਡਿਆਈ ਕਰੋ, ਬੰਦਾ ਜਦੇ ਖੜ ਜਾਂਦਾ, ਚਾਹੇ ਝੂਠੀ ਉਹ ਵਡਿਆਈ ਕਰੀ ਚੱਲੋ ਬੰਦੇ ਦੀ, ਬੰਦਾ ਥੋਤੋਂ ਹਿੱਲਦਾ ਨਹੀਂ ਹੈਗਾ। ਪਰ ਜਦੋਂ ਤੁਸੀਂ ਕਿਸੇ ਦਾ ਮੜ ਜਾ ਔਗਣ ਦੱਸੋਗੇ, ਅੱਲਾ ਜਦੇ ਪਾਸਾ ਵੜਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਨੇ ਉਹ ਮਨ ਦੀ ਵਡਿਆਈ ਕਰਦੇ ਆ ਤੇ ਮਨ ਦੇ ਨਾਲ ਦੀ ਨਾਲ ਔਗਣ ਵੀ ਦੱਸਦੇ ਆ। ਜੇ ਮਨ ਨੂੰ ਸੁਲਤਾਨ ਕਹਿੰਦੇ ਆ ਤਾਂ ਮਨ ਨੂੰ ਖੋਟਹਰ ਵੀ ਨਾਲ ਹੀ ਕਹਿ ਦਿੰਦੇ ਆ ਵੀ ਹੈ ਤੂੰ ਰਾਜਾ, ਪਰ ਦੇਖੀ ਕਿਤੇ ਖੋਟੀ ਗੱਲ ਨਾ ਕਰਦੀ। ਉਹ ਸਾਰਾ ਸ਼ਬਦ ਦੇ ਵਿੱਚ ਮਨ ਦੀ ਗੱਲ ਕੀਤੀ ਹੈ। ਨਾ ਤੂੰ ਆਵੇਂ ਬਸ ਧਰਤੀ ਧਾਈ ਹੈ, ਭਾਵੇਂ ਜਿੱਥੇ ਮਰਜੀ ਤੀਰਥਾਂ ਦੇ ਕੀੜੇ ਦਿਆ, ਕਹਿੰਦੇ ਨਹੀਂ ਬਸ ਚਾਹੁੰਦਾ। ਤੂੰ ਮਨ ਕਿਵੇਂ ਰੁਕਦਾ? ਗਿਆਨ ਕਾ ਵੱਧਦਾ ਮਨ ਰਹਿ, ਗੁਰਬਿਨ ਗਿਆਨ ਨਾ ਹੋਏ। ਦੇਖੋ ਨਾਲ ਹੀ ਪਾਤਸ਼ਾਹ ਨੇ ਲਿਖਤਾ ਕਿ ਗੁਰਬਿਨ, ਕਿ ਜਿਹੜਾ ਆਤਮਿਕ ਸੁਗਿਆਨ ਆ, ਤੇਰੇ ਗਿਆਨ ਤੋਂ ਬਿਨਾਂ ਤੂੰ ਨਹੀਂ ਰੁਕ ਸਕਦਾ। ਤੇਰਾ ਹੀ ਕੋਈ ਗਿਆਨ ਤੈਨੂੰ ਕਰਾ ਦੇਵੇ ਵੀ ਤੂੰ ਕੀ ਹੈ, ਫਿਰ ਤੂੰ ਰੁਕੇਗਾ। ਇੱਥੇ ਵੀ ਪਾਤਸ਼ਾਹ ਨੇ ਇਹੀ ਗੱਲ ਕੀਤੀ ਹੈ ਕਿ ਤੂੰ ਭਗਤਾਂ ਕਹਿ ਵਸ। ਜਿਹੜੇ ਭਗਤ ਨੇ ਉਹਨਾਂ ਦੇ ਵਸ 'ਚ ਹੁੰਦਾ ਮਨ ਉਹਨਾਂ ਦਾ। ਭਗਤਾਂ ਤਾਣ ਤੇਰਾ, ਫਿਰ ਭਗਤਾਂ ਨੂੰ ਤਾਣ ਹੁੰਦਾ ਹੈ।
ਫਿਰ ਭਗਤ ਸੱਚ ਕਹਿੰਦਾ ਵੀ ਹੁਣ ਮੈਂ ਸੱਚ ਕਹੂੰਗਾ। ਫਿਰ ਪਰਮੇਸ਼ਰ ਦੇ ਬੁਲਾਇਆ ਬੋਲਦੇ ਆ, ਕਿਉਂਕਿ ਬੋਲਣਾ ਤਾਂ ਮਨ ਦੇ ਥਰੂ ਹੀ ਹੈ। ਹੁਕਮ ਤਾਂ ਪਰਮੇਸ਼ਰ ਦਾ ਹੀ ਚੱਲਣਾ, ਪਰ ਸਰਬ ਵੀ ਕਿਸੇ ਨੇ ਕਰਨਾ ਹੀ ਹੈ। ਫਿਰ ਸਤਿਗੁਰ ਬੋਲਦਾ ਹੈ, ਹੁਣ ਮਨ ਬੋਲਦਾ ਹੈ। ਫਿਰ ਸੱਚਖੰਡ ਦੀ ਬੋਲੀ ਬੋਲਦਾ, ਹੁਣ ਮਾਇਆ ਦੀ ਬੋਲੀ ਬੋਲਦਾ ਹੈ। ਇਹ ਬੇਸਿਕ ਫਰਕ ਹੈ। ਇੱਕ ਬਚਨ ਹੋਰ ਆਉਂਦਾ ਗੁਰਬਾਣੀ ਦੇ ਵਿੱਚ, ਉਹਦਾ ਵੀ ਇਸਤੇਮਾਲ ਗਲਤ ਹੀ ਕੀਤਾ ਗਿਆ, ਅਰਥਾਇਆ ਹੀ ਗਲਤ ਗਿਆ ਕਿ ਮੇਰੀ ਬੰਦੀ ਭਗਤ ਛਡਾਵੈ, ਬੰਦੇ ਭਗਤ ਨਾ ਛੂਟੈ ਮੋਹ ਹੈ। ਕਿ ਜੀ ਜੋ ਭਗਤ ਬੰਨ ਦੇਣ ਉਹ ਗੱਲ ਪਰਮੇਸ਼ਰ ਵੀ ਨਹੀਂ ਮੋੜ ਸਕਦਾ, ਪਰਮੇਸ਼ਰ ਦੀ ਗੱਲ ਨੂੰ ਭਗਤ ਬਦਲ ਦਿੰਦੇ ਹੈ। ਇਹ ਗੁਰਮਤਿ ਤੋਂ ਨਿਰੀਓ ਗੱਲ ਉਲਟ ਹੈ। ਮੇਰੀ ਬੰਦੀ ਭਗਤ ਛਡਾਵੈ, ਇਹ ਮਨ ਕਹਿੰਦਾ ਹੈ ਕਿ ਮੈਂ ਜੋ ਕੁਛ ਵੀ ਪਹਿਲਾਂ ਮਾਇਆ 'ਚ ਬੰਨੀ ਬੈਠਾ ਸੀ ਤੇ ਮੇਰਾ ਜਿਹੜਾ ਮੂਲ ਹੈ ਭਗਤ ਹੈ, ਉਹਨੇ ਛਡਾਤਾ ਵੀ ਛੱਡ ਦੇ ਸਾਰਾ ਕੁਛ ਮਾਇਆ ਹੈ, ਇਹ ਨਾਲ ਨਹੀਂ ਜਾਣੀ। ਤੂੰ ਕਿਹੜੇ ਚੱਕਰ 'ਚ ਪੈ ਗਿਆ? ਤੂੰ ਰਾਜਾ ਹੋ ਕੇ ਕੌਡੀਆਂ ਇਕੱਠੀਆਂ ਕਰੇ ਤਾਂ ਕਿੱਡਾ ਵੱਡਾ ਮੂਰਖ ਗਿਣਿਆ ਜਾਵੇਂਗਾ ਦਰਗਾਹ 'ਚ। ਤੂੰ ਹੀਰਿਆਂ ਦਾ ਮਾਲਕ ਹੈ, ਹੀਰਾ ਹਾਥ ਚੜਿਓ ਨਿਰਮੋਲਕ, ਛੂਟ ਗਈ ਸੰਸਾਰੀ। ਜਦੋਂ ਮਨ ਨੂੰ ਪਤਾ ਲੱਗਿਆ ਵੀ ਓਹੋ ਮੈਂ ਤਾਂ ਸੱਚ ਸਰੂਪ ਹਾਂ, ਹੀਰਾ ਹਾਥ ਚੜਿਓ, ਹੁਕਮ ਉਹਦੇ ਹੱਥ 'ਚ ਆ ਗਿਆ, ਛੂਟ ਗਈ ਸੰਸਾਰੀ। ਉਹਨੇ ਸਾਰਾ ਸੰਸਾਰ ਛੱਡ ਕੇ ਉਹ ਮਾਰਿਆ। ਉਹ ਕਹਿੰਦਾ ਮੈਂ ਕੀ ਕਰਨਾ? ਸੰਸਾਰ ਕੀ ਹੈ? ਸੰਸਾ ਭਰਮ, ਸ਼ੰਕਾ, ਦੁਵਿਧਾ, ਦਵੈਸ਼, ਈਰਖਾ, ਸਾਰਾ ਕੁਝ ਛੱਡਦਾ। ਮੇਰੀ ਵਾਂਦੀ ਭਗਤ ਛਡਾਵੈ। ਭਗਤ ਨੇ, ਭਗਤ ਹੁੰਦਾ ਹਿਰਦੇ 'ਚ ਬੈਠਾ ਜਿਹੜਾ ਮੂਲ, ਏਕ ਭਗਤ ਮੇਰੇ ਹਿਰਦੇ ਵਸੈ, ਉਹ ਹਿਰਦੇ 'ਚ ਬੈਠਾ। ਉਹਨੇ ਕਿਹਾ ਵੀ ਛੱਡ ਦੇ, ਬੰਦ ਹੈ ਭਗਤ ਨਾ ਛੂਟੈ ਮੋਹ ਹੈ। ਕਹਿੰਦਾ ਹੁਣ ਮੈਨੂੰ ਭਗਤ ਨੇ ਬੰਨ ਲਿਆ, ਹੁਣ ਜੋ ਕੁਛ ਮੈਨੂੰ ਭਗਤ ਕਹਿੰਦਾ ਉਹ ਮੇਰੇ ਤੋਂ ਹੁਣ ਜਵਾਬ ਨਹੀਂ ਦੇ ਹੁੰਦਾ, ਕਿਉਂਕਿ ਜੋ ਭਗਤ ਕਹਿ ਰਹੇ ਹੋ ਤਾਂ ਗੱਲ ਹੀ ਬਹੁਤ ਸੌਖੀ ਯਾਰ, ਬਿਲਕੁਲ ਸਹੀ ਹੈ, ਸ੍ਰੇਸ਼ਟ ਹੈ, ਸੱਚ ਹੈ। ਹੁਣ ਮੈਨੂੰ ਸੱਚਖੰਡ ਵੀ ਦੀਂਦਾ, ਹੁਣ ਮੇਰੇ ਕੋਲ ਪੂਰੀ ਸੋਝੀ ਹੈ, ਉਸ ਗੱਲ ਬਿਨਾਂ ਮੈਂ ਰਹਿ ਨਹੀਂ ਸਕਦਾ। ਇਹ ਭਾਵ ਹੈ ਉਹਦਾ। ਭਗਤ ਹਮੇਸ਼ਾ ਹੀ ਹੁਕਮ ਦਾ ਦਾਸ ਹੈ। ਮੈਂ ਬੰਦਾ ਬੈ ਖਰੀਦ, ਮੈਂ ਬੰਦਾ ਬੈ ਖਰੀਦਾ, ਮੈਂ ਵਿਕਿਆ ਹੋਇਆ ਗੁਰੂ ਨਾਨਕ ਸਾਹਿਬ। ਸੱਚ ਸਾਹਿਬ ਮੇਰਾ, ਉਹ ਮੇਰਾ ਸਾਹਿਬ ਹੈ, ਜਿਹੜਾ ਸੱਚ ਹੈ ਉਹ ਮੇਰਾ ਸਾਹਿਬ ਹੈ। ਜੋ ਕੁਛ ਵੀ ਹੈ ਪਰਮੇਸ਼ਰ ਦੇ ਹੱਥ 'ਚ ਹੈ। ਪਰਮੇਸ਼ਰ ਸਰਬ ਵਿਆਪੀ ਹੈ। ਭਗਤ ਉਹਦੇ ਅੱਗੇ ਝੁਕਿਆ ਰਹਿੰਦਾ। ਜਿਹੜਾ ਹਰ ਕਾ ਸੰਤ ਹੈ ਉਹ ਉਹਦੇ ਅੱਗੇ ਝੁਕਿਆ ਰਹਿੰਦਾ। ਹਰ ਕੇ ਸੰਤ ਨੂੰ ਦਰਗਾਹ ਦੇ ਵਿੱਚ ਪ੍ਰਵਾਨਤ ਹੈ, ਇਕੱਲੇ ਸੰਤ ਨੂੰ ਨਹੀਂ ਹੈ। ਤਾਂ ਹੀ ਗੁਰਬਾਣੀ 'ਚ ਪਾਤਸ਼ਾਹ ਨੇ ਲਿਖਿਆ ਸੀ, ਓਏ ਹਰ ਕੇ ਸੰਤ ਨਾ ਆਖੀਏ, ਵੀ ਇਹ ਹਰ ਦੇ ਸੰਤ ਨਹੀਂ ਹੈਗੇ, ਭਾਵ ਕਿ ਹੁਕਮੀ ਬੰਦੇ ਨਹੀਂ ਹੈਗੇ। ਬਾਨਾਰਸ ਕੇ ਠੱਗ, ਇਹਨਾਂ ਕੋਲ ਬਿਨਾਂ ਹੀ ਰਸ ਹੈ, ਇਹਨਾਂ ਕੋਲ ਰਸ ਨਹੀਂ ਹੈ, ਆਤਮਿਕ ਸੋਝੀ ਨਹੀਂ ਹੈ, ਕਹਾਉਂਦੇ ਸੰਤ ਨੇ। ਬਸ ਇੰਨਾ ਫਰਕ ਹੈ ਵੀ ਇਹ ਵੀ ਆਪਣੇ ਆਪ ਨੂੰ ਸੰਤ ਹੀ ਕਹਾਈ ਜਾਂਦੇ, ਕਿਉਂਕਿ ਇਹਨਾਂ ਨੇ ਭੇਖ ਦੇਖ ਲਿਆ ਵੀ ਸ਼ਾਇਦ ਆ ਬਾਹਰ ਚੋਲਾ ਪਾ ਕੇ ਹੀ ਸੰਤ ਹੁੰਦਾ ਹੈ। ਪਰ ਸੱਚੇ ਦੀ ਦਰਗਾਹ ਦੇ ਵਿੱਚ ਜੀਵ ਉਹਨੂੰ ਸੰਤ ਮੰਨਿਆ ਜਾਂਦਾ। ਸਾਡੀ ਧਰਤੀ ਦੇ ਉੱਪਰ ਸਰੀਰ ਨੂੰ ਸੰਤ ਡਿਕਲੇਅਰ ਕੀਤਾ ਗਿਆ। ਸੋ ਬੇਸਿਕ ਫਰਕ ਹੈ। ਸੋ ਜਦੋਂ ਕਿਤੇ ਉਹ ਪੰਗਤੀਆਂ ਆਉਣਗੀਆਂ ਆਪਾਂ ਉਹਨਾਂ ਦੀ ਵੀ ਵਿਚਾਰ ਕਰਾਂਗੇ। ਸੋ ਗੁਰਮੁਖ ਸਦਾ ਸਲਾਹੀ ਹੈ, ਕਰਤਾ ਕਰੇ ਸੋ ਹੋਈ। ਜਿਹੜਾ ਗੁਰਮੁਖ ਹੈ, ਜਿਹੜੀ ਸੁਰਤ ਸੱਚ ਨਾਲ ਜੁੜੀ ਹੋਈ ਹੈ, ਉਹ ਸਦਾ ਹੀ ਉਹਦੀ ਸਲਾਹ ਨਾਲ ਚੱਲਦੀ ਹੈ, ਉਹ ਹੁਕਮ ਦੇ ਵਿੱਚ ਚੱਲਦੀ ਹੈ। ਇਸੇ ਤਰ੍ਹਾਂ ਹੀ ਅੱਗੇ ਪਾਤਸ਼ਾਹ ਬਚਨ ਕਰਦੇ ਆ ਅੰਗ 954 ਦੇ ਉੱਪਰ, ਇਹ ਵੀ ਪੌੜੀ ਹੋਈ ਹੈ। ਕਾਇਆ ਹੰਸ ਤੁਰ ਮੇਲ ਕਰਤੈ ਲਿਖ ਪਾਇਆ। ਹੁਣ ਇੱਕ ਕਾਇਆ, ਇੱਕ ਹੰਸ ਹੈ। ਕਾਇਆ ਕੀ ਹੈ? ਜੋਤੀ। ਤੇ ਜੋਤੀ ਦੇ ਅੰਦਰ ਬੈਠਾ ਹੰਸ, ਸ਼ਬਦ ਮੂਲ ਰੂਪ। ਅੱਗੇ ਹੰਸ ਅਕੇਲਾ,
ਉਹ ਅੱਗੇ ਹੰਸ ਹੀ ਅਕੇਲਾ ਜਾਂਦਾ ਹੈ, ਭਾਵ ਕਿ ਜੋਤੀ ਉਹ ਅੱਗੇ ਜਾਂਦੀ ਹੈ। ਧੁਰ ਮੇਲ ਕਰਤੇ ਲਿਖ ਪਾਇਆ, ਕਹਿੰਦੇ ਹਿਰਦੇ ਦੇ ਅੰਦਰ ਕਰਤੈ ਨੇ, ਸੱਚਖੰਡ ਵਾਲਿਆਂ ਨੇ ਇਹ ਗੱਲ ਲਿਖ ਕੇ ਪਾਈ, ਸੋਝੀ ਕਰਾਈ ਵੀ ਜਿਹੜੀ ਤੁਸੀਂ ਗਲਤੀ ਕੀਤੀ ਹੈ ਇਹ ਗਲਤੀ ਸੁਧਾਰ ਕੇ ਆਇਓ। ਹੁਣ ਜਿਹੜੀ ਤੁਹਾਡੇ ਅੰਦਰ ਭਰਮ ਦੀ ਲਕੀਰ ਪਈ ਹੋਈ ਹੈ ਇਹ ਭਰਮ ਦੀ ਲਕੀਰ ਦੂਰ ਕਰਕੇ ਆਇਓ। ਧਨ ਪਿਰ ਇੱਕ ਸੰਗ ਹੀ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਕਹਿੰਦੇ ਜਿਹੜੀ ਧਨ ਤੇ ਅਰ ਪਿਰ ਦੇ ਅੰਦਰ ਇੱਕ ਥਾਂ ਤੇ ਰਹਿੰਦੇ ਦੋਏ, ਆਤਮਾ ਪ੍ਰਾਤਮਾ ਹਿਰਦੇ 'ਚ ਹੀ ਨੇ, ਇੱਕ ਸੰਗ ਹੀ ਵਾਸਾ, ਪਰ ਵਿੱਚ ਹਉਮੈ ਭੀਤ ਕਰਾਰੀ। ਵਿੱਚ ਕੀ ਹੈ? ਹਉ, ਜਿਹੜਾ ਕੰਤ ਹੈ ਉਹਦੇ ਅੰਦਰ ਹਉ ਹੈ, ਭਰਮ ਹੈ ਉਹਦੇ ਅੰਦਰ। ਤੇ ਜਿਹੜੀ ਧਨ ਹੈ, ਜੀਵ ਹੈ, ਬੁੱਧੀ ਹੈ, ਉਹਦੇ ਅੰਦਰ ਮੈਂ ਹੈ। ਅਰ ਕਰਾਰੀ ਹੈ, ਬੜੀ ਕਰੜੀ ਹੈ, ਨਾ ਉਹ ਉਹਦੀ ਗੱਲ ਮੰਨ ਕੇ ਰਾਜੀ ਹੈ, ਨਾ ਉਹ ਉਹਦੀ ਗੱਲ ਮੰਨ ਕੇ ਰਾਜੀ ਹੈ। ਉਹ ਕਹਿੰਦਾ ਮੇਰੀ ਇੱਜ਼ਤ ਹੈ, ਉਹ ਕਹਿੰਦੀ ਮੇਰੀ ਇੱਜ਼ਤ ਹੈ, ਜਦ ਕਿ ਇੱਜ਼ਤ ਦੋਨਾਂ ਦੀ ਨਹੀਂ। ਪਰ ਜਦੋਂ ਦੋਨੇ ਹੀ ਇੱਜ਼ਤ ਨੂੰ ਗਵਾ ਜਾਣ, ਜੋ ਸੰਸਾਰੀ ਇੱਜ਼ਤ ਹੈ, ਹਮ ਆਪਤ ਹੈ ਆਪਣੀ ਪਤ ਖੋਈ, ਉਹ ਕਹਿੰਦੇ ਛੱਡੋ ਖੜਾ, ਇੱਥੇ ਸੰਸਾਰ 'ਚ ਕਾਹਦੀ ਇੱਜ਼ਤ ਤੇ ਵੇਚਦੀ ਹੈ। ਜਦੋਂ ਫਿਰ ਉਹ ਇੱਕ ਹੋ ਜਾਂਦੇ ਆ, ਆਤਮਾ ਪ੍ਰਾਤਮਾ ਇੱਕੋ ਕਰੈ, ਅੰਤਰ ਕੀ ਦੁਵਿਧਾ ਅੰਤਰ ਮਰੈ, ਦੋਨਾਂ ਦੀ ਬੁੱਧੀ ਖਤਮ ਹੋ ਜਾਂਦੀ ਹੈ। ਫਿਰ ਇਹਦੇ ਵਿੱਚ ਇੱਕ ਤੀਜੀ ਬੁੱਧ ਪੈਦਾ ਹੁੰਦੀ ਹੈ, ਉਹ ਹੈ ਹਾਰ ਪ੍ਰਿਓ ਸੁਆਮੀ ਕੈ ਦਵਾਰੈ, ਦੀਜੈ ਬੁੱਧ ਵਿਵੇਕਾ। ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨਾ। ਉੱਥੇ ਫਿਰ ਆਰਾਧਨਾ ਚੱਲਦੀ ਹੈ ਵੀ ਨਾਮ ਬਖਸ਼। ਫਿਰ ਉਹ ਨਾਮ ਹਿਰਦੇ ਚੋਂ ਪ੍ਰਗਟ ਹੁੰਦਾ, ਉਹ ਹੈ ਧੁਰ ਕੀ ਬਾਣੀ ਆਈ, ਤਿਨੀ ਸਗਲੀ ਚਿੰਤ ਮਿਟਾਈ। ਉਹ ਸਾਰੀਆਂ ਚਿੰਤਾ ਨੂੰ ਫਲਿਸ਼ ਕਰ ਦਿੰਦੀ ਹੈ। ਧੁਰ ਕੀ ਬਾਣੀ ਤੋਂ ਬਿਨਾਂ ਚਿੰਤਾ ਨਹੀਂ ਮਿਟਦੀ। ਗੁਰਬਾਣੀ ਤਾਂ ਸਿਰਫ ਚਿੰਤਾ ਦਾ ਖਿਆਲ ਹੀ ਕਰਾਉਂਦੀ ਵੀ ਤੈਨੂੰ ਆਹ ਚਿੰਤਾ ਹੈ। ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਚਿੰਤਾ ਕੀ ਹੈ। ਸਾਨੂੰ ਤਾਂ ਬਾਹਰਲੇ ਸਰੀਰ ਦਾ ਫਿਕਰ ਹੈ, ਅੰਦਰਲੇ ਸਰੀਰ ਦੀ ਕੋਈ ਚਿੰਤਾ ਹੀ ਨਹੀਂ ਹੈ। ਗੁਰਬਾਣੀ ਅੰਦਰਲੇ ਸਰੀਰ ਦਾ ਚਿੰਤਾ ਕਰਾਉਂਦੀ ਹੈ ਵੀ ਤੂੰ ਚਿੰਤਨ ਕਰਨ ਵਾਸਤੇ ਹੈ। ਨਾਨਕ ਚਿੰਤਾ ਮਤ ਕਰੋ। ਬਾਹਰਲੇ ਸਰੀਰ ਦੀ ਚਿੰਤਾ ਕਦੇ ਕਰਦਾ? ਚਿੰਤਾ ਤੈਸੀ ਹੀ ਹੈ ਜਿਹਨੂੰ ਚਿੰਤਾ ਲੱਗੀ ਹੋਈ ਹੈ, ਉਹਦੇ ਬਾਰੇ ਕੋਈ ਸੋਚ ਮਾੜਾ ਮੋਟਾ, ਉਹਦੀ ਚਿੰਤਾ ਕਰ ਕਿ ਅੱਗੇ ਵੀ ਜਾਣਾ ਹੈ। ਅੱਗੇ ਬਾਰੇ ਕੁਝ ਸੋਚ। ਅਗਾਂਹ ਕੂਤਰਾਂਗ, ਪਿੱਛੇ ਫੇਰ ਨਾ ਮੋੜੜਾ। ਤੈਨੂੰ ਤਾਂ ਹਰ ਵੇਲੇ ਪਿੱਛੇ ਦੀ ਚਿੰਤਾ ਹੈ, ਅਗਾਂਹ ਬਾਰੇ ਕੋਈ ਚੇਤਾ ਨਹੀਂ ਹੈ। ਸੋ ਪਾਤਸ਼ਾਹ ਕਹਿੰਦੇ ਕਾਇਆ ਹੰਸ ਤੁਰ ਮੇਲ ਕਰਤੈ ਲਿਖ ਪਾਇਆ। ਉਹਨਾਂ ਨੇ ਪਾਇਆ ਹੈ ਲਿਖ ਕੇ, ਉਹਨਾਂ ਨੇ ਨਾਲ ਦੀ ਨਾਲ ਹੁਕਮ ਸੋਝੀ ਕਰਵਾ ਰਿਹਾ। ਸਭ ਮਹਿ ਗੁਪਤ ਵਰਤਦਾ ਗੁਰਮੁਖ ਪ੍ਰਗਟਿਆ। ਬਸ ਇੰਨਾ ਹੀ ਫਰਕ ਹੈ। ਕਹਿੰਦੇ ਸਾਰਿਆਂ ਦੇ ਅੰਦਰ ਹੀ ਹੈ, ਲਿਖ ਕੇ ਹਰੇਕ ਦੇ ਅੰਦਰ ਹੀ ਪਾਇਆ। ਕਿਸੇ ਦੇ ਅੰਦਰ ਗੁਪਤੀ ਰਹਿ ਗਿਆ, ਕਿਸੇ ਨੇ ਪ੍ਰਗਟ ਕਰ ਲਿਆ। ਦੇਖੋ ਪ੍ਰਗਟ ਹਿਰਦੇ 'ਚੋਂ ਹੋਣਾ, ਬਾਹਰੋਂ ਨਹੀਂ ਕੁਝ ਵੀ ਪ੍ਰਗਟ ਹੁੰਦਾ। ਜੇਸੋ ਚੰਦਾ ਉਗਵੈ ਸੂਰਜ ਚੜੇ ਹੁਜਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਲਿਖਿਆ ਪਾਤਸ਼ਾਹ ਨੇ ਕਿ ਬਾਹਰ ਤਾਂ ਭਾਵੇਂ ਕਰੋੜਾਂ ਹੀ ਸੂਰਜ ਹੋਣ, ਚੰਦਰਮਾ ਹੋਣ, ਜਿੰਨਾ ਮਰਜ਼ੀ ਚਾਨਣ ਹੋਵੇ, ਪਰ ਅੰਦਰ ਚਾਨਣ ਨਹੀਂ ਕਰ ਸਕਦੇ। ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ ਹੈ। ਦਿਲ ਦੇ ਵਿੱਚ ਤਾਂ ਰਾਹਤ ਹੈ, ਉੱਥੇ ਦਾ ਭਰਮ ਹੈ, ਉੱਥੇ ਦਾ ਗਿਆਨਤ ਹੈ, ਦੁਵਿਧ ਹੈ। ਸਭ ਮਹਿ ਗੁਪਤ ਵਰਤਦਾ ਗੁਰਮੁਖ ਪ੍ਰਗਟ। ਕਹਿੰਦੇ ਜਿਹੜੇ ਗੁਰਮੁਖ ਹੈ, ਜਿਹੜੀ ਸੁਰਤ ਗਿਆਨਵਾਨ ਹੈ, ਜਿਹਦੇ ਅੰਦਰ ਨਾਮ ਦੀ ਭੁੱਖ ਹੈ, ਗਿਆਨ ਦੀ ਭੁੱਖ ਹੈ, ਉਹਨਾਂ ਦੇ ਅੰਦਰੋਂ ਪ੍ਰਗਟ ਵੀ ਹੋ ਜਾਂਦਾ ਹੈ। ਨਹੀਂ ਤਾਂ ਫਿਰ ਗੁਪਤ ਹੀ ਰਹਿ ਜਾਂਦਾ ਸਭ ਦੇ ਅੰਦਰ। ਗੁਣ ਗਾਵੈ ਗੁਣ ਉਚਰੈ ਗੁਣ ਮਾਹੇ ਸਮਾਇਆ। ਫਿਰ ਉਹ ਜਿਹੜੀ ਜੋਤੀ ਜਾਗ ਜਾਂਦੀ ਹੈ, ਜਿਹਦੇ ਅੰਦਰ ਉਹ ਪ੍ਰਗਟ ਹੋ ਜਾਂਦਾ, ਉਹ ਗੁਣ ਗਾਵੈ। ਉਹ ਫਿਰ ਹੁਕਮ ਦੀ ਗੱਲ ਕਰਦੇ ਹੈ। ਗੁਣ ਉਚਰੈ, ਉਹ ਉਚਾਰਨ ਵੀ, ਜੇ ਕੋਈ ਲਿਖਦੇ ਵੀ ਨੇ ਉਹ, ਤਾਂ ਉਹ ਵੀ ਹੁਕਮ ਬਾਰੇ ਹੀ ਲਿਖਦੇ ਹੈ। ਉਹ ਜੋਤ ਬਾਰੇ ਹੀ ਲਿਖਦੇ ਹੈ। ਜਾਤ ਬਾਰੇ ਗੁਰਮੁਖ ਕੁਛ ਨਹੀਂ ਲਿਖਦਾ। ਪੂਰੀ ਗੁਰਬਾਣੀ ਦੇ ਅੰਦਰ ਜਾਤ ਬਾਰੇ ਕੁਛ ਨਹੀਂ ਲਿਖਿਆ, ਜੋਤ ਬਾਰੇ ਲਿਖਿਆ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਿਹਾ। ਕਹਿੰਦੇ ਜਾਤ ਦੇ ਅੰਦਰ ਜੋਤ ਹੈ, ਜੋਤ ਮਹਿ ਜਾਤਾ, ਜੋਤ ਦੇ ਅੰਦਰ ਹੈ ਉਹਦਾ ਮੂੜ, ਜਿਹੜਾ ਅਕਲ ਕਲਾ ਭਰਪੂਰ ਹੈ, ਜਿਹੜਾ ਸਾਰਿਆਂ ਨੂੰ ਭਰਪੂਰ ਕਰਦਾ, ਉਹ ਹੈ ਕਰਤਾ ਪੁਰਖ।
ਗੁਰਬਾਣੀ 'ਚ ਜੋਤ ਦੀ ਗੱਲ ਹੈ, ਜਾਤ ਦੀ ਨਹੀਂ ਹੈ। ਬਾਹਰ ਜਿਹੜਾ ਇਤਿਹਾਸ ਸਾਡੇ ਕੋਲ ਚੱਲਦਾ ਪ੍ਰਚਲਿਤ ਆ, ਉਹਦੇ ਵਿੱਚ ਜਾਤ ਦੀ ਗੱਲ ਹੈ, ਜੋਤ ਦੀ ਨਹੀਂ ਹੈ। ਇਸੇ ਕਰਕੇ ਸੰਸਾਰੀ ਲੋਕਾਂ ਨੂੰ, ਜਾਂ ਹੇ ਮੇਰੇ ਮਨਾ ਤੈਨੂੰ, ਇਤਿਹਾਸ ਚੰਗਾ ਲੱਗਦਾ ਹੈ, ਕਿਉਂਕਿ ਜਾਤ ਨਾਲ ਸੰਬੰਧਿਤ ਹੈ। ਗੁਰਬਾਣੀ ਦੀ ਸੋਝੀ ਤਾਂ ਨਹੀਂ ਆਉਂਦੀ ਕਿਉਂਕਿ ਜੋਤ ਨਾਲ ਸੰਬੰਧਿਤ ਹੈ। ਜੋਤ ਦੀਂਦੀ ਨਹੀਂ, ਜਾਤ ਦੀਂਦੀ ਹੈ। ਇਸੇ ਕਰਕੇ ਜਿਸ ਵੇਲੇ ਪਾਤਸ਼ਾਹੀਆਂ ਵਾ ਭਗਤ ਸਾਹਿਬਾਨ ਵਿਚਰਦੇ ਸੀ, ਤਾਂ ਹੀ ਪਰਮੇਸ਼ਰ ਨੇ ਉਹਨਾਂ ਤੋਂ ਇਹ ਗੱਲ ਲਿਖਾਈ ਗੁਰਬਾਣੀ ਦੇ ਅੰਦਰ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਨਹੀਂ ਆਉਣਾ ਜੋੜ। ਕਿਉਂਕਿ ਭਗਤ ਨੇ ਗੱਲ ਜੋਤੀ ਦੀ ਕਰਨੀ ਹੈ, ਜੋਤ ਦੀ ਕਰਨੀ ਹੈ, ਸੰਸਾਰੀਆਂ ਨੇ ਗੱਲ ਜਾਤ ਦੀ ਕਰਨੀ ਹੈ। ਭਗਤਾਂ ਨੂੰ ਜਾਤ ਨਹੀਂ ਦੀਂਦੀ, ਜੋਤ ਦੀਂਦੀ ਹੈ। ਸੰਸਾਰੀਆਂ ਨੂੰ ਜੋਤ ਨਹੀਂ ਦੀਂਦੀ, ਜਾਤ ਦੀਂਦੀ ਹੈ। ਹੇ ਮੇਰੇ ਮਨਾ ਤੂੰ ਤਾਂ ਕਹਿਣਾ ਸਾਰਾ ਸੰਸਾਰ ਸਾਹਮਣੇ ਦਿਸਦਾ ਹੈ, ਇਹ ਸੱਚ ਹੈ, ਪਰ ਗੁਰਬਾਣੀ ਕਹਿੰਦੀ ਹੈ ਜੋ ਦਿਸੈ ਸੋ ਮਾਇਆ। ਗੁਰਬਾਣੀ ਕਹਿੰਦੀ ਹੈ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਉਹ ਕਹਿੰਦੀ ਸਾਰਾ ਕੁਝ ਝੂਠ ਹੈ, ਪਰ ਕਿਵੇਂ ਮੇਲ ਆਊਗਾ? ਬਹੁਤ ਔਖਾ ਹੈ। ਜਨ ਨਾਨਕ ਇਹ ਖੇਲ ਕਠਨ ਹੈ, ਬੜਾ ਕਠਨ ਹੈ। ਕਿਨ ਗੁਰਮੁਖ ਵਿਰਲੇ ਜਾਤਾ ਹੈ, ਪਰ ਕੋਈ ਗੁਰਮੁਖ ਹੈ, ਕੋਈ ਸੁਰਤ, ਕੋਈ ਜੀਵ, ਕੋਈ ਬੁੱਧੀ ਐਸੀ ਹੈ ਜਿਹੜੀ ਨਿਰੀ ਹੀ ਗਿਆਨ ਦੀ ਗੱਲ ਚਾਹੁੰਦੀ ਹੈ, ਜਿਹੜੀ ਹੁਕਮ ਨੂੰ ਸਮਝਣਾ ਚਾਹੁੰਦੀ ਹੈ, ਉਹ ਜਾਣ ਵੀ ਲੈਂਦੀ ਹੈ। ਗੁਣ ਗਾਵੈ ਗੁਣ ਉਚਰੈ, ਗੁਣ ਮਾਹੇ ਸਮਾਇਆ। ਉਹ ਗੁਣ ਗਾਉਂਦਾ ਹੋਇਆ, ਹੁਕਮ ਦੀ ਗੱਲ ਕਰਦਾ ਹੋਇਆ, ਹੁਕਮ ਬਾਰੇ ਲਿਖ ਕੇ ਦੱਸਦਾ ਹੋਇਆ, ਹੁਕਮ ਦੇ ਵਿੱਚ ਹੀ ਸਮਾ ਜਾਂਦਾ ਹੈ। ਸ਼ਬਦ ਸੁਰਤ ਭਵ ਸਾਗਰ ਤਰੀਐ। ਸੱਚੀ ਬਾਣੀ ਸੱਚ ਹੈ, ਸੱਚ ਮੇਲ ਮਨਾਇਆ। ਸੱਚੀ ਬਾਣੀ ਸੱਚ ਹੈ, ਜਿਹੜੀ ਬਾਣੀ ਹੈ ਉਹ ਸੱਚ ਸਰੂਪ ਹੀ ਹੈ। ਸੱਚ ਮੇਲ ਮਿਲਾਇਆ, ਫਿਰ ਸੱਚ ਦੇ ਨਾਲ ਹੀ ਮੇਲ ਹੋ ਜਾਂਦਾ ਹੈ, ਜੋਤ ਦੇ ਨਾਲ ਹੀ ਜੋਤ ਮਿਲਦੀ ਹੈ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਜਾਗਤੇ ਕੋ ਜਾਗਤਾ ਮਿਲੇ। ਸਭ ਕੁਛ ਆਪੇ ਆਪ ਹੀ ਹੈ, ਆਪੇ ਦੇ ਵਡਿਆਈ। ਫਿਰ ਇਹਨੂੰ ਪਤਾ ਲੱਗਦਾ ਵੀ ਸਭ ਕੁਛ ਆਪੇ ਆਪ ਹੀ ਹਾਂ, ਆਪੇ ਦੇ ਹੀ, ਆਪਣੇ ਆਪ ਨੂੰ ਹੀ ਦਿੰਦਾ। ਫਿਰ ਕੀ ਦਿੰਦਾ? ਵਡਿਆਈ। ਫਿਰ ਇਹਨੂੰ ਪਤਾ ਲੱਗਦਾ ਵੀ ਵਡਿਆਈ, ਵੀ ਜਿਹੜੀ ਵੱਡੀ ਸੋਝੀ ਸੀ, ਵੱਡਾ ਸੁਗਿਆਨ ਸੀ, ਉਹ ਜਦੋਂ ਆਉਂਦਾ ਹੈ। ਜਦੋਂ ਵੱਡਾ ਸੁਗਿਆਨ ਕੀ ਹੈ? ਤੁਰਕੀ ਬਾਣੀ ਆਈ, ਹੁਕਮ ਹੀ ਸਭ ਤੋਂ ਵੱਡਾ ਹੈ। ਫਿਰ ਇਹਨੂੰ ਹੁਕਮ ਦੀ ਸੋਝੀ ਆ ਜਾਂਦੀ ਹੈ, ਹੁਕਮ ਦੇ ਵਿੱਚ ਸਮਾ ਜਾਂਦਾ ਹੈ। ਸੋ ਇਹ ਕਰਤਾ ਪੁਰਖ। ਸੋ ਇੱਥੋਂ ਤੱਕ ਕਰਤੇ ਪੁਰਖ ਦੀ ਗੱਲ ਕੀਤੀ ਹੈ। ਬਾਕੀ ਦੀ ਵਿਚਾਰ ਜਿਹੜੀ ਰਹਿੰਦੀ ਹੈ ਕਰਤੇ ਪੁਰਖ ਬਾਰੇ, ਜੇ ਗੁਰ ਨੇ ਕਿਰਪਾ ਕੀਤੀ ਤਾਂ ਕੱਲ ਕੀਤੀ ਜਾਵੇਗੀ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।